लेके रहेंगे आजादी, हम लेके रहेंगे आजादी, इस ऊंच नीच से, आजादी, इस भेदभाव से, आजादी, इस जात पात से। आजादी। कि जे 75 ਵਰੇ ਪਹਿਲਾਂ ਇਹ ਮੁਲਕ ਆਜ਼ਾਦ ਹੋ ਗਿਆ ਸੀਗਾ ਤਾਂ ਫਿਰ ਆ ਜਿਹੜਾ ਤਿਰੰਗਾ ਹੈਗਾ ਇਸ ਤਿਰੰਗੇ ਦੀ ਛਾਵੇਂ ਫਿਰ ਇਦਾਂ ਦੇ ਹਾਲਾਤ ਕਿਉਂ? ਇਸ ਮੁਲਕ ਦੇ ਵਿੱਚ ਬੰਦੇ ਦੇ ਅੰਦਰੋਂ ਬੰਦੇ ਦੀ ਜਾਤ ਲੱਭੀ ਜਾਂਦੀ ਹੈ। ਜਿਸ ਮੁਲਕ ਦੇ ਵਿੱਚ ਆਪਾਂ ਰਹਿੰਦੇ ਹਾਂ ਜਿਹਨੂੰ ਕਿਹਾ ਜਾ ਰਿਹਾ ਕਿ ਆਜ਼ਾਦੀ ਹੈ 75ਵੀਂ ਵਰ੍ਹੇਗੰਢ। ਇੱਕ ਸ਼ਡਿਊਲ ਕਾਸਟ ਬੱਚੇ ਨੇ ਘੜੇ ਚੋਂ ਪਾਣੀ ਪੀਤਾ, ਇਸ ਕਰਕੇ ਹੈੱਡ ਮਾਸਟਰ ਨੇ ਇੰਨੀ ਬੇਰਹਿਮੀ ਦੇ ਨਾਲ ਉਹਨੂੰ ਕੁੱਟਿਆ ਕਿ ਉਹ ਬੱਚੇ ਦੀ ਮੌਤ ਹੋ ਗਈ। ਉਹ ਕਹਿੰਦੇ ਜੇ ਅਸੀਂ ਜਿਹੜੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਆ ਉਹਨਾਂ ਨੂੰ ਰਾਸ਼ਟਰਪਤੀ ਲਾ ਰਹੇ ਆ, ਇਹਨਾਂ ਤੋਂ ਪਹਿਲਾਂ ਵੀ ਰਹਿ ਕੇ ਗਏ ਨੇ। ਕੀ ਕਹਿਣਾ ਚਾਹੋਗੇ ਕਿ ਰਾਸ਼ਟਰਪਤੀ ਦੇ ਅਹੁਦੇ ਦੇ ਉੱਪਰ ਕਾਬਜ਼ ਹੋਣ ਦੇ ਬਾਵਜੂਦ ਵੀ ਆਪਣੀ ਕਮਿਊਨਿਟੀ ਦਾ ਹਾਲ ਇਦਾਂ ਦਾ ਹੋਵੇ ਜੇ? ਉਹਨਾਂ ਨੇ ਉਸ ਵੇਲੇ ਸਾਈਮਨ ਕਮਿਸ਼ਨ ਨੂੰ ਆਪਣੀਆਂ ਦੁੱਖਾਂ ਤਕਲੀਫਾਂ ਦੇ ਲਈ ਜਦੋਂ ਇੱਥੇ ਬੁਲਾਇਆ ਤੇ ਉਹਨਾਂ ਨੇ ਕਲਕੱਤੇ ਦੇ ਵਿੱਚ ਇੱਕ ਛੱਪੜ ਦੇ ਵਿੱਚ ਲੈ ਕੇ ਗਏ ਉਹਨਾਂ ਨੂੰ। ਉੱਥੋਂ ਇੱਕ ਕੁੱਤੇ ਦਾ ਪਾਣੀ ਪੀ ਸਕਦਾ ਸੀ, ਲੇਕਿਨ ਇੱਕ ਦਲਿਤ ਨੂੰ ਪਾਣੀ ਪੀਣਾ ਦੀ ਮਨਾਹੀ ਸੀ ਸਖਤ। ਮਹਿੰਦਰ ਭੱਟ ਬੀਜੇਪੀ ਦੇ ਆਗੂ ਉਹ ਕਹਿੰਦੇ ਵੀ ਜਿਹੜੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਤਿਰੰਗਾ ਨਹੀਂ ਲਹਿਰਾਉਣਗੇ ਉਹ ਕਹਿੰਦੇ ਭਰੋਸੇ ਦੇ ਕਾਬਿਲ ਨਹੀਂ ਹੈਗੇ। ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਆਪਣੇ ਘਰਾਂ ਦੇ ਉੱਪਰ ਤਿਰੰਗਾ ਵੀ ਲਾਇਆ, ਭਗਵਾਂ ਵੀ ਲਾਇਆ, ਜਿਨ੍ਹਾਂ ਨੇ ਜਨਗਣ ਮਨ ਵੀ ਆਖੀ ਆ, ਜਿਨ੍ਹਾਂ ਨੇ ਸਾਰਾ ਕੁਝ ਆਖਿਆ? ਕੀ ਲੱਗਦਾ ਤੁਹਾਨੂੰ ਕਿ ਉਹ ਲੋਕ ਭਰੋਸੇ ਦੇ ਕਾਬਿਲ ਹੈਗੇ ਆ? ਸੋ ਤੁਸੀਂ ਵੇਖਿਆ ਜੀ ਕਿੱਦਾਂ ਨਾਅਰੇਬਾਜ਼ੀ ਹੋ ਰਹੀ ਹੈ। ਅੱਜ 15 ਅਗਸਤ ਹੈ। 15 ਅਗਸਤ ਆਜ਼ਾਦੀ ਦੇ ਜਸ਼ਨਾਂ ਵਜੋਂ ਮਨਾ ਰਹੀ ਹੈ ਭਾਰਤ ਦੀ ਸਰਕਾਰ। 75 ਵਰ੍ਹੇ ਪਹਿਲਾਂ ਇਹ ਮੁਲਕ ਕਹਿੰਦੇ ਆਜ਼ਾਦ ਹੋ ਗਿਆ ਸੀਗਾ, ਪਰ ਮੈਂ ਇਹ ਗੱਲ ਸੋਚਦਾ ਕਿ ਜੇ 75 ਵਰ੍ਹੇ ਪਹਿਲਾਂ ਇਹ ਮੁਲਕ ਆਜ਼ਾਦ ਹੋ ਗਿਆ ਸੀਗਾ ਤਾਂ ਫਿਰ ਆ ਜਿਹੜਾ ਤਿਰੰਗਾ ਹੈਗਾ ਇਸ ਤਿਰੰਗੇ ਦੀ ਛਾਵੇਂ ਫਿਰ ਇਦਾਂ ਦੇ ਹਾਲਾਤ ਕਿਉਂ? ਫਿਰ ਆ ਜਿਹੜੇ ਨਾਅਰੇ ਲੱਗ ਰਹੇ ਆ ਕਿ ਅਸੀਂ ਆਜ਼ਾਦੀ ਲੈ ਕੇ ਰਹਾਂਗੇ, ਫਿਰ ਇਹ ਆਜ਼ਾਦੀ ਹੱਲੇ ਕਿਉਂ ਮੰਗੀ ਜਾ ਰਹੀ ਹੈ? ਉਹ ਵੀ ਇਸ ਤਿਰੰਗੇ ਦੇ ਛਾਵੇਂ। ਜੇ ਆਜ਼ਾਦੀ ਆ ਚੁੱਕੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਆਜ਼ਾਦੀ ਹੱਲੇ ਸਹੀ ਤਰ੍ਹਾਂ ਆਈ ਨਹੀਂ ਹੈਗੀ ਜਿੱਦਾਂ ਦੀ ਆਜ਼ਾਦੀ ਆਉਣੀ ਚਾਹੀਦੀ ਸੀ। ਜਿਸ ਆਜ਼ਾਦੀ ਦੇ ਆਇਆ ਇਸ ਤਰੀਕੇ ਦੇ ਨਾਲ ਬਾਗੀ ਸੁਰਾਂ ਨਾ ਉੱਠਦੀਆਂ ਤਾਂ ਉਹ ਆਜ਼ਾਦੀ ਹੋਣੀ ਸੀਗੀ, ਪਰ ਉਦਾਂ ਦੀ ਆਜ਼ਾਦੀ ਆਈ ਨਹੀਂ ਹੈ ਜਿੱਦਾਂ ਦੀ ਆਜ਼ਾਦੀ ਲੋਕ ਚਾਹੁੰਦੇ ਸੀਗੇ। ਜਿਸ ਆਜ਼ਾਦੀ ਦੇ ਵਾਸਤੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਕਰਨ ਵਾਲੇ ਆਪਣੀਆਂ ਕੁਰਬਾਨੀਆਂ ਕਰ ਗਏ, ਜਾਨਾਂ ਵਾਰ ਗਏ, ਫਾਂਸੀਆਂ ਦੇ ਰੱਸਿਆਂ ਦੇ ਉੱਪਰ ਝੂਲ ਗਏ। ਸੋ ਉਹ ਜਿਹੜਾ ਸੁਪਨਾ ਉਹਨਾਂ ਨੇ ਸਿਰਜਿਆ ਹੋਊਗਾ ਜਿੱਦਾਂ ਦੀ ਆਜ਼ਾਦੀ ਦਾ, ਉਦਾਂ ਦੀ ਆਜ਼ਾਦੀ ਆਈ ਨਹੀਂ ਹੈ। ਜੇ ਉਦਾਂ ਦੀ ਆਜ਼ਾਦੀ ਆਈ ਹੁੰਦੀ ਤਾਂ ਫਿਰ ਇਸ ਤਿਰੰਗੇ ਦੀ ਛਾਵੇਂ ਇਦਾਂ ਦਾ ਮਾਹੌਲ ਵੇਖਣ ਨੂੰ ਨਾ ਮਿਲਦਾ। ਅਨਿਲ ਕੁਮਾਰ ਬਾਘਾ ਜੀ ਹੈਗੇ ਨੇ। ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਵੀ ਭਾਵੇਂ ਹੈਗਾ, ਪਰ ਪੰਜਾਬ ਦੇ ਵਿੱਚ ਘੱਟ ਵਾ, ਪਰ ਪੰਜਾਬੋਂ ਬਾਹਰ ਹੋਰ ਸੂਬਿਆਂ ਦੇ ਵਿੱਚ ਬ੍ਰਾਹਮਣਵਾਦ ਦੇ ਮੁਤਾਬਕ ਆ ਨੀਵੀਂ ਜਾਤ ਦਾ, ਆ ਉੱਚੀ ਜਾਤ ਦਾ, ਆ ਸ਼ੂਦਰ ਹੈ, ਆ ਬ੍ਰਾਹਮਣ ਹੈ, ਮੈਂ ਉੱਚਾ ਹਾਂ ਤੂੰ ਨੀਵਾਂ ਹੈ। ਇੱਥੇ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ। ਇਸ ਮੁਲਕ ਦੇ ਵਿੱਚ ਬੰਦੇ ਦੇ ਅੰਦਰੋਂ ਬੰਦੇ ਦੀ ਜਾਤ ਲੱਭੀ ਜਾਂਦੀ ਹੈ। ਜਿਸ ਮੁਲਕ ਦੇ ਵਿੱਚ ਆਪਾਂ ਰਹਿੰਦੇ ਹਾਂ ਜਿਹਨੂੰ ਕਿਹਾ ਜਾ ਰਿਹਾ ਕਿ ਆਜ਼ਾਦੀ ਹੈ 75ਵੀਂ ਵਰ੍ਹੇਗੰਢ, ਉਹ ਆਜ਼ਾਦੀ ਦੇ ਜਸ਼ਨ ਮਨਾ ਰਹੇ ਨੇ ਜਿਹੜੇ ਆਜ਼ਾਦੀ ਦਾ ਨਿੱਘ ਮਾਣ ਰਹੇ ਆ। ਪਰ ਮੈਂ ਤੁਹਾਨੂੰ ਫੋਟੋ ਵਿਖਾ ਨਹੀਂ ਸਕਦਾ ਕਿਉਂਕਿ YouTube ਦੀਆਂ ਇੰਸਟਰਕਸ਼ਨਸ ਦੇ ਮੁਤਾਬਕ ਆ ਫੋਟੋ ਦਿਖਾਉਣੀ ਵਾਜਬ ਨਹੀਂ ਹੈ। ਇੱਕ ਛੋਟਾ ਜਿਹਾ ਬੱਚਾ ਉਹਨਾਂ ਦੇ ਮੁਤਾਬਕ ਛੋਟੀ ਜਾਤ ਦਾ ਹੈ, ਪਰ ਇੱਕ ਅਕਾਲ ਪੁਰਖ ਵਾਹਿਗੁਰੂ ਨੇ, ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾ ਕੇ ਭੇਜਿਆ। ਕਿਸੇ ਦੇ ਉੱਪਰ ਠੱਪਾ ਲਾ ਕੇ ਨਹੀਂ ਭੇਜਿਆ ਕਿ ਤੂੰ ਛੋਟੀ ਜਾਤ ਦਾ ਹੈ ਜਾਂ ਤੂੰ ਉੱਚੀ ਜਾਤ ਦਾ ਹੈ। ਇੱਕ ਜਰਨਲ ਕੈਟਾਗਰੀ ਦਾ ਉਹਨਾਂ ਦੇ ਮੁਤਾਬਕ ਜਿਹੜਾ ਉੱਚੀ ਕਾਸਟ ਦਾ ਹੈ ਉਹਦੇ ਘੜੇ ਦੇ ਵਿੱਚੋਂ ਪਾਣੀ ਦੀ ਬੂੰਦ ਇੱਕ ਪੀ ਲੈਂਦਾ ਹੈਗਾ, ਉਹਦੇ ਵੱਟੇ ਕੁੱਟਿਆ ਜਾਂਦਾ, ਉਹਦੇ ਵੱਟੇ ਮਾਰਿਆ ਜਾਂਦਾ ਹੈਗਾ। ਮੇਰੇ ਨਾਲ ਅਨਿਲ ਕੁਮਾਰ ਬਾਘਾ ਜੀ ਹੈਗੇ ਨੇ, ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੈਗੇ ਆ, ਬੱਸ ਸਟੈਂਡ ਦੇ ਲਾਗੇ ਆ ਚੌਂਕ ਹੈਗਾ, ਉੱਥੇ ਖੜੇ ਆ ਜੀ। ਬਾਘਾ ਜੀ ਕੀ ਕਹਿਣਾ ਚਾਹੁੰਦੇ ਹੋ? ਉਹ 75ਵੀਂ ਵਰ੍ਹੇਗੰਢ ਮਨਾ ਰਹੇ ਹੈ, ਉਹ ਕਹਿੰਦੇ ਕਿ ਆਜ਼ਾਦੀ ਹੈ, ਪਰ ਵੰਡਿਆ ਗਿਆ ਪੰਜਾਬ 10 ਲੱਖ ਲੋਕਾਂ ਦਾ ਉਜਾੜਾ ਕਤਲੇਆਮ ਨੂੰ ਉਹ ਆਜ਼ਾਦੀ ਦੇ ਜਸ਼ਨ ਦੱਸ ਰਹੇ ਆ। ਔਰ ਹਾਲਾਤ ਇਦਾਂ ਦੇ ਆ 75 ਵਰ੍ਹਿਆਂ ਬਾਅਦ ਵੀ ਇੱਕ ਬੱਚਾ ਪਾਣੀ ਦੀ ਬੂੰਦ ਪੀ ਜਾਂਦਾ ਹੈਗਾ, ਕੁੱਟਿਆ ਜਾਂਦਾ, ਮਾਰਿਆ ਜਾਂਦਾ। ਦੇਖੋ ਇੱਕ 9 ਸਾਲ ਦਾ ਬੱਚਾ
ਇੱਕ 9 ਸਾਲ ਦਾ ਬੱਚਾ ਜਿਹਨੂੰ ਇਹ ਨਹੀਂ ਪਤਾ ਕਿ ਉਹਦੀ ਜਾਤ ਕੀ ਆ, ਜਿਹਨੂੰ ਜਾਤ ਮਜ਼ਹਬ ਦਾ ਹਲੇ ਕੁਝ ਨਹੀਂ ਪਤਾ, ਹਲੇ 9 ਸਾਲ ਦਾ ਇੱਕ ਵਿਦਿਆਰਥੀ ਆ, ਉਹ ਇੱਕ ਘੜੇ ਦੇ ਵਿੱਚੋਂ, ਔਰ ਕਿੱਥੇ, ਇੱਕ ਸਕੂਲ ਦੀ ਗੱਲ ਆ ਇਹ, ਜਿੱਥੇ ਸਕੂਲ ਦੇ ਵਿੱਚ ਸਾਨੂੰ ਇਨਸਾਨੀਅਤ ਦਾ ਪਾਠ ਪੜਾਇਆ ਜਾਂਦਾ ਆ, ਉਸ ਸਕੂਲ ਦੇ ਅੰਦਰ ਉਸੇ ਸਕੂਲ ਦੇ ਹੈੱਡ ਮਾਸਟਰ ਨੇ ਇੱਕ 9 ਸਾਲ ਦੇ ਬੱਚੇ ਨੇ ਘੜੇ 'ਚੋਂ ਪਾਣੀ ਪੀ ਲਿਆ। ਇੱਕ ਸ਼ਡਿਊਲ ਕਾਸਟ ਬੱਚੇ ਨੇ ਘੜੇ 'ਚੋਂ ਪਾਣੀ ਪੀਤਾ, ਇਸ ਕਰਕੇ ਹੈੱਡ ਮਾਸਟਰ ਨੇ ਇੰਨੀ ਬੇਰਹਿਮੀ ਦੇ ਨਾਲ ਉਹਨੂੰ ਕੁੱਟਿਆ ਕਿ ਉਹ ਬੱਚੇ ਦੀ ਮੌਤ ਹੋ ਗਈ। ਔਰ ਅਸੀਂ ਇਸ ਭਾਰਤ ਦੇਸ਼ ਦੇ ਵਿੱਚ ਅੱਜ 75ਵੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ, 75ਵਾਂ। ਔਰ ਮੇਰੇ ਹਿਸਾਬ ਦੇ ਨਾਲ ਇਸ ਦੇਸ਼ ਦੇ ਵਿੱਚ ਜਿਹੜੇ SC ST OBC ਜਾਂ ਘੱਟ ਗਿਣਤੀਆਂ, ਉਹ ਹੱਲੇ ਵੀ ਗੁਲਾਮ ਆ, ਕਿਉਂਕਿ ਅੱਜ ਵੀ ਇਸ ਦੇਸ਼ ਵਿੱਚ ਘੱਟ ਗਿਣਤੀਆਂ ਦਾ ਕਤਲੇਆਮ ਕੀਤਾ ਜਾ ਰਿਹਾ। ਜਾਤੀ ਦੇ ਆਧਾਰ ਦੇ ਉੱਤੇ ਤੁਸੀਂ ਦੇਖੋ, ਜੇਕਰ ਕੋਈ ਦਲਿਤ ਘੋੜੀ ਤੇ ਚੜ ਰਿਹਾ ਉਹਦਾ ਕਤਲ ਕੀਤਾ ਜਾ ਰਿਹਾ, ਜੇ ਕੋਈ ਦਲਿਤ ਮੁੱਛ ਰੱਖ ਰਿਹਾ ਤਾਂ ਵੀ ਉਹਦਾ ਕਤਲ ਕੀਤਾ ਜਾ ਰਿਹਾ। ਜੇਕਰ 9 ਸਾਲ ਦੇ ਬੱਚੇ ਨੇ ਇੱਕ ਘੜੇ ਦੇ ਵਿੱਚੋਂ ਪਾਣੀ ਪੀ ਲਿਆ ਤਾਂ ਉਸ ਬੱਚੇ ਨੂੰ ਮਾਰਤਾ ਜਾਂਦਾ। ਇਹ ਕਾਹਦੀ ਆਜ਼ਾਦੀ ਹੈ? ਕਿਸ ਚੀਜ਼ ਦੀ ਆਜ਼ਾਦੀ ਹੈ? ਕੋਈ ਆਜ਼ਾਦੀ ਨਹੀਂ ਹੈਗੀ। ਅੱਜ ਤੱਕ ਦੇਖੋ 75 ਸਾਲ ਹੋ ਗਏ, ਇਸ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਅੱਜ ਤੱਕ ਇਸ ਦੇਸ਼ ਵਿੱਚ ਜਾਤ ਪਾਤ ਨਹੀਂ ਖਤਮ ਕਰ ਸਕੀਆਂ, ਜਾਤੀ ਵਿਤਕਰਾ ਨਹੀਂ ਖਤਮ ਕਰ ਸਕੇ। ਜੋ ਐਟਰੋਸਿਟੀ ਅੱਜ ਤੱਕ ਵੀ ਇਸ ਦੇਸ਼ ਵਿੱਚ ਜਿਹੜੇ ਦਲਿਤ ਸਮਾਜ ਦੇ ਘੱਟ ਗਿਣਤੀਆਂ ਦੀ ਐਟਰੋਸਿਟੀ ਹੋਈ ਜਾ ਰਹੀ ਆ। ਔਰ ਜਿਹੜੀਆਂ ਸਰਕਾਰਾਂ ਆ ਉਹ ਇਸ ਟਾਈਮ ਦਲਿਤ ਸਮਾਜ ਦੀ ਸੁਰੱਖਿਆ ਕਰਨ ਦੇ ਵਿੱਚ ਪੂਰੀਆਂ ਸਫਲ ਫੇਲ ਹੋ ਚੁੱਕੀਆਂ ਆ। ਅਸੀਂ ਮੰਨਦੇ ਹਾਂ ਕਿ ਸਾਡੀ ਕੋਈ ਆਜ਼ਾਦੀ ਨਹੀਂ ਗੀ, ਸਾਡੀ ਕੋਈ ਵੀ ਆਜ਼ਾਦੀ ਨਹੀਂ ਗੀ। ਔਰ ਅਸੀਂ ਇਸ ਟਾਈਮ ਆਪਣਾ ਰੋਸ ਪ੍ਰਗਟ ਕਰ ਰਹੇ ਹਾਂ। ਅੱਛਾ, ਇੱਕ ਮੈਂ ਤੁਹਾਡੇ ਕੋਲ ਹੋਰ ਗੱਲ ਜਾਣਨੀ ਚਾਹੂੰਗਾ। ਭਾਰਤ ਦੇ ਰਾਸ਼ਟਰਪਤੀ ਰਹੇ ਨੇ, ਕਹਿਣ ਨੂੰ ਸਿੱਖ ਸਗੇ, ਨਾਂ ਦੇ ਮੂਹਰੇ ਗਿਆਨੀ ਲਫ਼ਜ਼ ਵੀ ਲੱਗਦਾ ਸੀਗਾ, ਗਿਆਨੀ ਜੈਲ ਸਿੰਘ। ਸਿੱਖਾਂ ਨੇ ਦੁਰਕਾਰਿਆ ਕਿਉਂਕਿ ਉਹਨੇ ਰੋਲ ਜਿੱਦਾਂ ਦਾ ਪਲੇ ਕੀਤਾ। ਔਰ ਉਹ ਲੋਕ ਤੁਸੀਂ ਦੇਖੋ ਆ ਹੁਣ ਵੀ ਉਹ ਕਹਿੰਦੇ ਜੇ ਅਸੀਂ ਜਿਹੜੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਆ ਉਹਨਾਂ ਨੂੰ ਰਾਸ਼ਟਰਪਤੀ ਲਾ ਰਹੇ ਆ, ਇਹਨਾਂ ਤੋਂ ਪਹਿਲਾਂ ਵੀ ਰਹਿ ਕੇ ਗਏ ਨੇ। ਕੀ ਕਹਿਣਾ ਚਾਹੋਗੇ ਕਿ ਰਾਸ਼ਟਰਪਤੀ ਦੇ ਅਹੁਦੇ ਦੇ ਉੱਪਰ ਕਾਬਜ਼ ਹੋਣ ਦੇ ਬਾਵਜੂਦ ਵੀ ਆਪਣੀ ਕਮਿਊਨਿਟੀ ਦਾ ਹਾਲ ਇਦਾਂ ਦਾ ਹੋਵੇ? ਜੇ ਦੇਖੋ, ਜਿਹੜੀ ਕਮਿਊਨਿਟੀ ਦਾ ਰਾਸ਼ਟਰਪਤੀ ਬਣਦਾ, ਸਮਝ ਲਓ ਕਿ ਉਸ ਕਮਿਊਨਿਟੀ ਦਾ ਕਤਲੇਆਮ ਹੋਣਾ ਲਾਜ਼ਮੀ ਆ। ਜਦੋਂ ਸਿੱਖ ਰਾਸ਼ਟਰਪਤੀ ਸੀ ਉਦੋਂ ਸਿੱਖਾਂ ਦਾ ਕਤਲੇਆਮ ਹੋਇਆ, ਠੀਕ ਆ। ਜਦੋਂ ਮੁਸਲਿਮ ਰਾਸ਼ਟਰਪਤੀ ਸੀ ਉਦੋਂ ਮੁਸਲਮਾਨਾਂ ਦਾ ਕਤਲੇਆਮ ਹੋਇਆ। ਨੈਚੁਰਲੀ ਜਦੋਂ ਦਲਿਤ ਰਾਸ਼ਟਰਪਤੀ ਬਣ ਰਿਹਾ ਤੇ ਦਲਿਤਾਂ ਦੇ ਜਿਹੜੇ ਹੱਕ ਹਕੂਕ ਆ ਉਹ ਪੂਰੇ ਤਰੀਕੇ ਨਾਲ ਖਤਮ ਕੀਤੇ ਜਾ ਰਹੇ ਆ। ਔਰ ਤੁਸੀਂ ਦੇਖੋ, ਇਹ ਸਿਰਫ ਰਾਜਸਥਾਨ ਦੀ ਗੱਲ ਨਹੀਂ ਗੀ, ਪੰਜਾਬ ਦੇ ਵਿੱਚ ਵੀ, ਪੰਜਾਬ ਦੇ ਹੁਣੇ ਐਡਵੋਕੇਟ ਜਿਹੜਾ ਅਨਮੋਲ ਰਤਨ ਸਿੱਧੂ ਸੀਗਾ, ਉਹਨੇ ਵੀ ਮਤਲਬ ਕਿ ਆਲ ਓਵਰ ਜਿਹੜੇ ਦਲਿਤ ਸਮਾਜ ਦੇ ਲੋਕ, ਉਹਨਾਂ ਦੀ ਕਾਬਲੀਅਤ ਦੇ ਉੱਤੇ ਉਹਨੇ ਟਿੱਪਣੀ ਕਰੀ ਸੀ। ਹਾਈ ਕੋਰਟ ਦੇ ਵਿੱਚ ਉਹਨਾਂ ਦੀ ਕਾਬਲੀਅਤ, ਉਹਨੇ ਟਿੱਪਣੀ ਕਰਕੇ ਮਤਲਬ ਕੇਸ ਲਾਇਆ ਸੀਗਾ। ਔਰ ਹੁਣੇ ਲੁਧਿਆਣੇ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ, ਉਹਦੇ ਵਿੱਚ ਵੀ ਆਮ ਆਦਮੀ ਦਾ ਆਗੂ ਵੀ ਉਹਦੇ ਵਿੱਚ ਮੌਜੂਦ ਸੀਗਾ। ਔਰ ਉਹਨਾਂ ਨੇ ਸ਼ਰੇਆਮ ਕਿਹਾ ਕਿ ਜਿਹੜੇ ਸ਼ਡਿਊਲ ਕਾਸਟ ਦੇ ਵਾਲੇ ਜਿਹੜੇ ਲੰਗਰ ਬਾਅਦ ਵਿੱਚ ਖਾਣਗੇ, ਪਹਿਲਾਂ ਜਨਰਲ ਜਿਹੜੇ ਲੰਗਰ ਖਾਣਗੇ। ਮਤਲਬ ਕਿ ਇਹ ਵਧੀਕੀਆਂ 75 ਸਾਲ ਬਾਅਦ ਵੀ ਹੋ ਰਹੀਆਂ। ਮਤਲਬ ਕਿ ਇੱਕ ਜਾਤ ਪਾਤ ਦੇ ਆਧਾਰ ਤੋਂ ਇੱਕ ਹੈਗਾ ਅਸੀਂ ਹਿਊਮੈਨਿਟੀ ਨੂੰ ਇਸ ਦੇਸ਼ ਤੋਂ ਖਤਮ ਕਰ ਰਹੇ ਹਾਂ। ਇਨਸਾਨੀਅਤ ਕਿੱਥੇ ਆ ਕਿ 9 ਸਾਲ ਦੇ ਇੱਕ ਬੱਚੇ ਨੂੰ ਮਾਰ ਕੇ ਆਪਾਂ ਇਨਸਾਨੀਅਤ ਖਤਮ ਕਰ ਚੁੱਕੇ ਹਾਂ। ਇਹ ਕੁਦਰਤੀ ਹੱਕ ਹਕੂਕ ਆ, ਜਿਹੜੇ ਹਰ ਇੱਕ ਜੀਵ ਨੂੰ ਕੁਦਰਤ ਨੇ ਪਾਣੀ ਦਾ, ਹਵਾ ਦਾ, ਜ਼ਮੀਨ ਦਾ ਅਧਿਕਾਰ ਦਿੱਤਾ। ਪਰ ਤੁਸੀਂ ਦੇਖੋ ਕਿ ਇਸ ਦੇਸ਼ ਵਿੱਚ ਦਲਿਤਾਂ ਨੂੰ ਇਹਨਾਂ ਚੀਜ਼ਾਂ ਤੋਂ ਵਾਂਝੇ ਕੀਤਾ ਜਾ ਰਿਹਾ। ਜਿਹੜੇ ਕੁਦਰਤੀ ਸਰੋਤ ਆ ਉਹਨਾਂ ਚੀਜ਼ਾਂ ਤੋਂ ਇਸ ਦੇਸ਼ ਵਿੱਚ ਦਲਿਤਾਂ ਨੂੰ ਵਾਂਝੇ ਕੀਤਾ ਜਾ ਰਿਹਾ। ਔਰ ਇਹ ਇਸ ਦੇਸ਼ ਦਾ ਇਸ ਟਾਈਮ ਹਾਲ ਬਣ ਚੁੱਕਾ ਆ। ਅਸੀਂ ਚਾਹੁੰਦੇ ਆ ਕਿ ਜਿਹੜੀ ਐਸੀ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਇਹ UNO ਦੇ ਵਿੱਚ ਐਡ ਕੀਤੀ ਜਾਵੇ। ਸਾਨੂੰ ਭਾਰਤ ਗਵਰਨਮੈਂਟ ਤੇ ਕੋਈ ਵੀ ਯਕੀਨ ਨਹੀਂਗਾ, ਇੰਡੀਅਨ ਗਵਰਨਮੈਂਟ ਤੇ ਸਾਨੂੰ ਬਿਲਕੁਲ ਵੀ ਕੋਈ ਯਕੀਨ ਨਹੀਂਗਾ। ਅਸੀਂ ਚਾਹੁੰਦੇ ਕਿ ਜਿਹੜਾ ਇਹ ਸ਼ਡਿਊਲ ਕਾਸਟ ਵਾਲਾ ਮੁੱਦਾ ਆ ਇਹ UNO ਦੇ ਵਿੱਚ ਲੈ ਕੇ ਆਂਦਾ ਜਾਵੇ। ਬਿਲਕੁਲ ਉੱਥੇ ਜਾਣਾ ਚਾਹੀਦਾ। ਮਹਿੰਦਰ ਭੱਟ BJP ਦੇ ਆਗੂ, ਉਹ ਕਹਿੰਦੇ ਵੀ ਜਿਹੜੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਤਿਰੰਗਾ ਨਹੀਂ ਲਹਿਰਾਉਣਗੇ ਉਹ ਕਹਿੰਦੇ ਭਰੋਸੇ ਦੇ ਕਾਬਿਲ ਨਹੀਂ ਹੈਗੇ। ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਆਪਣੇ ਘਰਾਂ ਦੇ ਉੱਪਰ ਤਿਰੰਗਾ ਵੀ ਲਾਇਆ, ਭਗਵਾ ਵੀ ਲਾਇਆ, ਜਿਨ੍ਹਾਂ ਨੇ ਜਨਗਣ ਮਨ ਵੀ ਆਖੀ ਆ, ਜਿਨ੍ਹਾਂ ਨੇ ਸਾਰਾ ਕੁਝ ਆਖਿਆ? ਕੀ ਲੱਗਦਾ ਤੁਹਾਨੂੰ ਕਿ ਉਹ ਲੋਕ ਭਰੋਸੇ ਦੇ ਕਾਬਿਲ ਹੈਗੇ ਆ? ਦੇਖੋ, ਜਿਹੜੀ ਰਹੀ ਗੱਲ ਝੰਡੇ ਦੀ, ਤੁਸੀਂ ਝੰਡੇ ਦੇ ਵਿੱਚ ਦੇਖੋ, ਮੈਂ ਕਈ ਵੀਡੀਓ ਦੇਖੀਆਂ, ਧੱਕੇ ਦੇ ਨਾਲ ਸਰਕਾਰ ਧੱਕੇ ਨਾਲ ਲੋਕਾਂ ਦੇ ਘਰਾਂ ਵਿੱਚ ਝੰਡਾ ਲਾ ਰਹੀ ਹੈ, ਜਦ ਕਿ ਲੋਕਾਂ ਦੇ ਆਪ ਦੇ ਮਨਾਂ ਦੇ ਵਿੱਚ ਹੋਣਾ ਚਾਹੀਦਾ। ਆਜ਼ਾਦੀ ਲੋਕਾਂ ਦੇ ਮਨਾਂ ਦੇ ਵਿੱਚ ਹੋਣੀ ਚਾਹੀਦੀ। ਜੇ ਲੋਕੀ ਭੁੱਖੇ ਆ, ਉਹਨਾਂ ਨੇ ਤਿਰੰਗੇ ਨੂੰ ਕੀ ਕਰਨਾ ਵਾ? ਤੁਸੀਂ ਦੇਖੋ, ਮੈਂ ਦੇਖ ਰਿਹਾ ਸੀਗਾ ਕਈ ਰਾਸ਼ਨ ਦੀਆਂ ਦੁਕਾਨਾਂ ਸੀਗੀਆਂ ਔਰ ਕਈ ਗਰੀਬ ਬੰਦੇ ਸੀ, ਆਪਣਾ ਪੂਰੇ ਪੈਸੇ ਲੈ ਕੇ ਆਏ ਸੀਗੇ। ਉਹਨਾਂ ਕੋਲ ਝੰਡਾ ਲੈਣ ਦੇ ਲਈ 20 ਰੁਪਏ ਨਹੀਂ ਸੀਗੇ। ਜਿਨ੍ਹਾਂ ਕੋਲ 20 ਰੁਪਏ ਨਹੀਂ ਸੀ ਉਹਨਾਂ ਦਾ 5 ਕਿਲੋ ਰਾਸ਼ਨ ਕੱਟਿਆ ਗਿਆ। 5 ਕਿਲੋ ਰਾਸ਼ਨ ਕੱਟਿਆ ਗਿਆ। ਮਹੀਨੇ ਦੇ ਵਿੱਚ ਉਹਨਾਂ ਦੇ ਬੱਚੇ ਕਿੰਨੇ ਦਿਨ ਭੁੱਖੇ ਰਹਿਣਗੇ? ਠੀਕ ਹੈ। ਸਕੂਲਾਂ ਦੇ ਵਿੱਚ ਧੱਕੇ ਨਾਲ ਮੈਡਮਾਂ ਪੁੱਛ ਰਹੀਆਂ, ਹਾਂ ਵੀ ਆਪਣੇ ਘਰਾਂ ਦੇ ਵਿੱਚ ਜਿਹੜੇ ਤੁਸੀਂ ਫਲੈਗ ਲਾਇਆ ਉਹਦੀ ਫੋਟੋ ਖਿੱਚ ਕੇ ਭੇਜੋ। ਔਰ ਇਦਾਂ ਦੇ ਵੀ ਹੁਣੇ ਗੱਲ ਕਰਦੇ ਪਏ ਸੀ, ਕਿਸੇ ਮੈਡਮ ਦਾ ਫੋਨ ਆਇਆ ਕਿਸੇ ਲੇਡੀ ਨੂੰ ਕਿ ਤੁਸੀਂ ਤਿਰੰਗੇ ਦੀ ਫੋਟੋ ਖਿੱਚ ਕੇ ਭੇਜੋ। ਉਹਨੇ ਆਪਣੇ ਘਰ ਤਾਂ ਨਹੀਂ ਲਾਇਆ ਸੀ, ਉਹਨੇ ਕਿਸੇ ਹੋਰ ਦੇ ਘਰ ਜਾ ਕੇ ਫੋਟੋ ਖਿੱਚ ਕੇ ਭੇਜਤੀ। ਠੀਕ ਹੈ। ਮਤਲਬ ਤੁਸੀਂ ਦੇਖੋ, ਜੇ ਤੁਸੀਂ ਇਲੈਕਸ਼ਨਾਂ ਵੇਲੇ
ਤੁਸੀਂ ਆਪ ਦੇ ਝੰਡੇ ਫ੍ਰੀ ਵੰਡਦੇ ਪਏ ਆ। ਮੈਨੂੰ ਸ਼ਰਾਬ free ਲੱਗਦਾ ਵੰਡਦੇ ਕਈਆਂ ਕੋਲ ਘਰੇ ਹੀ ਹੈ ਨਹੀਂ ਸੀ, ਉਹ ਕਿੱਥੇ ਲਾਉਣ। ਕਿੱਥੇ ਲਾਉਣ, ਹਨਾ? ਮਤਲਬ ਕਹਿਣ ਦਾ ਭਾਵ ਕਿ ਧੱਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ। ਗੱਲ ਕੁਝ ਵੀ ਨਹੀਂ ਗੀ, ਉਹ ਬਸ ਦੇਖਣਾ ਚਾਹੁੰਦੇ ਆ ਥਾਲੀ ਖੜਕਾਉਣ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਰਹਿ ਗਈ ਆ। ਅੱਛਾ, ਇੱਕ ਮੈਂ ਗੱਲ ਹੋਰ ਤੁਹਾਡੇ ਕੋਲ ਜਾਣਨੀ ਚਾਹੁੰਦਾ। ਇੱਧਰ ਹੁਣ ਤਾਂ ਮੈਨੂੰ ਨਜ਼ਰ ਨਹੀਂ ਆ ਰਿਹਾ ਹੈਗਾ, ਇੱਥੋਂ ਪਹਿਲਾਂ ਟੈਂਪੂ ਲੰਘ ਕੇ ਗਏ ਆ, ਉਹਨਾਂ ਨੇ ਆਪਣੇ ਟੈਂਪੂਆਂ ਦੇ ਉੱਪਰ ਲਾਏ ਹੋਏ ਆ ਤਿਰੰਗੇ। ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿੱਦਾਂ ਦੀ ਉਹਨਾਂ ਨੇ ਆਸ ਕੀਤੀ ਸੀਗੀ ਕਿ ਹਰ ਘਰ ਤਿਰੰਗਾ ਮੁਹਿੰਮ, ਉੱਦਾਂ ਦੀ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੀ ਨਹੀਂ ਹੈਗੀ। ਇੱਕ ਵਾਰੀ ਕੈਮਰਾ ਘੁਮਾ ਦਿਓ ਜੀ ਸਾਰੇ ਪਾਸੇ, ਕੋਈ ਆਖੇ ਨਾ ਕਿ ਪੱਤਰਕਾਰ ਝੂਠ ਬੋਲੀ ਜਾਂਦਾ ਹੈਗਾ। ਮੈਨੂੰ ਨਹੀਂ ਨਜ਼ਰ ਆਇਆ ਜੀ। ਪਹਿਲਾਂ ਆਏ ਸੀਗੇ 2 ਨਜ਼ਰ, ਜੇ ਹੁੰਦਾ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾ ਦਿੰਦਾ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਜਿਹੜੇ ਆਪਾਂ ਸਮਝਦੇ ਆ ਕਿ ਘੱਟ ਗਿਣਤੀ ਕੌਮਾਂ ਨਾਲ ਸੰਬੰਧਿਤ, ਜਿਨ੍ਹਾਂ ਨੂੰ ਉਹ ਕਹਿੰਦੇ ਆ ਕਿ ਦੱਬੇ ਕੁਚਲੇ ਲੋਕ ਆ ਜੀ, ਇਹ ਨੀਵੇਂ ਆ, ਜੇ ਸਾਡੇ ਨਾਲ ਛੂਹ ਗਏ ਤਾਂ ਸਾਨੂੰ ਨਹਾਉਣਾ ਪੈਣਾ ਆ, ਜੇ ਭਾਵੇਂ ਰਾਸ਼ਟਰਪਤੀ ਵੀ ਹੋਵੇ, ਜੇ ਸਾਡੇ ਧਾਰਮਿਕ ਸਥਾਨ ਤੇ ਆ ਗਿਆ ਤੇ ਮੰਦਿਰ ਭ੍ਰਿਸ਼ਟ ਹੋ ਜਾਂਦਾ, ਅਸੀਂ ਦੁੱਧ ਨਾਲ ਬਾਅਦ ਚ ਧੋ ਕੇ ਉਹਨੂੰ ਪਵਿੱਤਰ ਕਰਨਾ ਆ। ਜਿਹੜੇ ਘੱਟ ਗਿਣਤੀ ਕੌਮਾਂ ਨਾਲ, ਉਹਨਾਂ ਦੇ ਮੁਤਾਬਕ ਜਿਹੜੇ ਸ਼ੂਦਰ ਆ, ਨੀਵੀਂ ਜਾਤ ਦੇ ਆ, ਉਹ ਲੋਕ ਵੀ ਜਦੋਂ ਉਹਨਾਂ ਦੀ ਹਾਲ ਚ ਹਾਂ ਮਿਲਾਉਂਦੇ ਆ ਔਰ ਨਾਲ ਗਾਉਂਦੇ ਆ ਕਿ ਦਿਲ ਦਿਆ ਹੈ ਜਾਂ ਵੀ ਦੇਂਗੇ ਐ ਵਤਨ ਤੇਰੇ ਲਈ, ਅੰਦਰ ਉਹਨਾਂ ਦੇ ਫਿਰ ਵੀ ਜਨੂਨ ਹੈਗਾ। ਕੁਝ ਸਮਝਾਉਣਾ ਚਾਹੋਗੇ? ਉਹ ਤੇ ਮੰਦਰਾਂ ਦੇ ਬਾਹਰ ਲਿਖ ਕੇ ਵੀ ਲਾਉਂਦੇ ਆ, यहाँ पर शूद्रों का प्रवेश मना है। अपने लोगों को कुछ समझाना चाहते हो? देखो सारा कुछ साढ़े सामने है जी, रोज़ न्यूज़ आती है। मैं पहला भी बोल के हटिया कि एक दलित घोड़ी जिहड़ा उहनूं मार दिओ, जे दलित ने मुੱਛ ਰੱਖੀ ਉਹਨੂੰ ਮਾਰ ਦਿਓ, ਜੇ ਇੱਕ ਬੱਚੇ ਨੇ ਕਿਸੇ ਘੜੇ ਚੋਂ ਪਾਣੀ ਪੀਤਾ ਉਹਨੂੰ ਮਾਰ ਦਿਓ। ਮੰਦਰਾਂ ਦੇ ਬਾਹਰ ਸ਼ਰਮ ਲਗਾਇਆ ਜਾਂਦਾ ਤੇ ਕੁੱਤੇ ਬਿੱਲਿਆਂ ਮਤਲਬ ਚੂੜੇ ਚਮਾਰਾਂ ਦਾ ਅੰਦਰ ਆਉਣਾ ਸਖਤ ਮਨਾ, ਸ਼ੂਦਰਾਂ ਦਾ ਆਉਣਾ ਸਖਤ ਮਨਾ। ਰੋਜ਼ ਕਿਸੇ ਨਾ ਕਿਸੇ ਮੰਦਰ ਵਾਲੀ ਵੀ ਫੋਟੋ ਆਉਂਦੀ ਕਿ ਇੱਕ ਦਲਿਤ ਮੰਦਰ ਦੇ ਅੰਦਰ ਪ੍ਰਵੇਸ਼ ਕਰਿਆ ਤਾਂ ਉਹਦਾ ਸਿਰ ਪਾੜਤਾ, ਕਿਸੇ ਨੂੰ ਦਰਖਤ ਨਾਲ ਬੰਨ੍ਹ ਕੇ ਕੁੱਟਿਆ ਗਿਆ। ਮਤਲਬ ਇੱਕ ਆਮ ਨਿਊਜ਼ ਆ। ਜੇਕਰ ਅਸੀਂ ਹੁਣ ਵੀ ਨਾ ਸਮਝੇ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਜਿਹੜਾ ਰੱਬ ਆ, ਜੇਕਰ ਰੱਬ ਵਿਤਕਰਾ ਕਰਦਾ ਤਾਂ ਉਸ ਰੱਬ ਨੂੰ ਮੰਨਣ ਦਾ ਕੀ ਹੱਜ ਆ? ਠੀਕ ਹੈ ਨਾ? ਹਜ਼ਾਰਾਂ ਸਾਲਾਂ ਤੋਂ ਸਾਨੂੰ ਇਹਨਾਂ ਮੰਦਰਾਂ ਵਿੱਚ ਵੜਨ ਦਾ ਅਧਿਕਾਰ ਨਹੀਂ ਸੀਗਾ। ਜੇਕਰ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਲਿਖਿਆ ਤਾਂ ਸਾਨੂੰ ਬਰਾਬਰ ਦੇ ਹੱਕ ਹਕੂਕ ਜਿਹੜੇ ਮਿਲੇ ਆ। ਜੇਕਰ ਰੱਬ ਪਹਿਲੇ ਹੁੰਦਾ ਤਾਂ ਸਾਨੂੰ ਹੱਕ ਹਕੂਕ ਮਿਲ ਜਾਂਦੇ। ਮੇਰੇ ਹਿਸਾਬ ਦੇ ਨਾਲ ਸਾਡੇ ਲੋਕਾਂ ਨੂੰ ਮੰਦਰਾਂ 'ਚ ਜਾਣ ਦੀ ਬਜਾਏ ਸੰਵਿਧਾਨ ਨੂੰ ਪੜ੍ਹਨਾ ਚਾਹੀਦਾ ਔਰ ਆਪ ਦੇ ਹੱਕਾਂ ਦੇ ਲਈ 24 ਘੰਟੇ ਉਹਨਾਂ ਨੂੰ ਲੜਨ ਦੇ ਲਈ ਤਿਆਰ ਰਹਿਣਾ ਚਾਹੀਦਾ। ਬਿਲਕੁਲ, ਆਪਣੇ ਹੱਕਾਂ ਦੇ ਵਾਸਤੇ ਲੜਨ ਲਈ ਤਿਆਰ ਰਹਿਣਾ ਚਾਹੀਦਾ। ਮੈਂ ਤੁਹਾਨੂੰ ਦਿਖਾ ਦਿੰਦਾ ਜੀ, ਗੁਰਨਾਮ ਸਿੰਘ ਜੀ ਵੱਲ ਵੀ ਮੈਂ ਆਉਣਾ। ਆ ਸਾਰੇ ਜਿਹੜੇ ਨੌਜਵਾਨ ਹੈਗੇ ਨੇ, ਸਵੇਰ ਤੋਂ ਲੈ ਕੇ ਹੁਣ ਤੱਕ ਸ਼ਾਮ ਹੋ ਚੱਲੀ ਆ ਜੀ, ਸਵੇਰ ਤੋਂ ਲੈ ਕੇ ਹੁਣ ਤੱਕ ਇਹ ਸਾਰੇ ਨੌਜਵਾਨ ਜਿਹੜੇ ਹੈਗੇ ਨੇ ਇੱਥੇ ਖੜਿਆ। ਇਕੱਲੇ ਨੌਜਵਾਨ ਦਾ ਚਿਹਰਾ ਵਿਖਾ ਦਿਓ ਜੀ। ਅੱਜ 15 ਅਗਸਤ ਉਹ ਲੋਕ ਆਜ਼ਾਦੀ ਦੇ ਜਸ਼ਨ ਮਨਾ ਰਹੇ ਨੇ ਔਰ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਆ ਕਿ ਅਸੀਂ ਆਜ਼ਾਦੀ ਦੇ ਉਹ ਜਸ਼ਨ ਕਿੱਦਾਂ ਮਨਾਈਏ ਜਦੋਂ ਸਾਡਾ ਪੰਜਾਬ ਵੰਡਿਆ ਗਿਆ ਸੀਗਾ, ਜਦੋਂ ਸਾਡੀਆਂ ਧੀਆਂ ਭੈਣਾਂ, ਸਾਡੇ ਬਜ਼ੁਰਗ, ਉਹਨਾਂ ਦਾ ਕਤਲੇਆਮ ਹੋਇਆ, ਬੇਪਤੀਆਂ ਹੋਈਆਂ, ਅੰਮ੍ਰਿਤਸਰ ਤੇ ਲਾਹੌਰ ਇੱਧਰ ਤੇ ਉੱਧਰ ਹੋ ਗਿਆ। ਜਦੋਂ ਇੰਨਾ ਕੁਝ ਵਾਪਰਿਆ, ਉਹਨਾਂ ਔਖੇ ਸਮਿਆਂ ਨੂੰ, ਉਸ ਬਰਬਾਦੀ ਨੂੰ ਆਪਾਂ ਆਜ਼ਾਦੀ ਦੇ ਜਸ਼ਨਾਂ ਦੇ ਰੂਪ ਦੇ ਵਿੱਚ ਕਿੱਦਾਂ ਮਨਾਈਏ? ਬਰਬਾਦੀ ਦੇ ਮਾਹੌਲ ਨੂੰ ਅਸੀਂ ਜਸ਼ਨਾਂ ਦੇ ਰੂਪ 'ਚ ਕਿੱਦਾਂ ਮਨਾਈਏ? ਲੋਕ ਇੱਦਾਂ ਕਹਿ ਰਹੇ। ਸਾਰੇ ਨੌਜਵਾਨਾਂ ਦਾ ਇੱਕ ਵਾਰ ਚਿਹਰਾ ਵਿਖਾ ਦਿਓ ਜੀ। ਗਰਮੀ ਬਹੁਤ ਜ਼ਿਆਦਾ ਹੈ ਪਰ ਬਾਵਜੂਦ ਇਹਦੇ ਅੱਜ ਇਸ ਬੱਚੇ ਦੇ ਨਾਲ ਆ ਕੁਝ ਵਾਪਰਿਆ, ਉਹ ਆਜ਼ਾਦੀ ਦੇ ਜਸ਼ਨ ਮਨਾ ਰਹੇ ਨੇ। ਜੇ ਸੱਚਮੁੱਚ ਆਜ਼ਾਦੀ ਹੈ, ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ, ਗੁਰਨਾਮ ਸਿੰਘ ਜੀ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਜੇ ਸੱਚਮੁੱਚ ਆਜ਼ਾਦੀ ਹੈ, ਆਜ਼ਾਦੀ ਦੇ ਜਸ਼ਨ ਉਹ ਮਨਾ ਰਹੇ ਆ, ਤਾਂ ਫਿਰ ਤਿਰੰਗੇ ਦੀ ਛਾਵੇਂ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਪਰ ਇੱਦਾਂ ਹੋ ਰਹੀ ਆ। ਬੇਅਦਬੀਆਂ ਦੇ ਇਨਸਾਫ ਨਹੀਂ ਮਿਲਦੇ। ਆ ਛੋਟਾ ਬੱਚਾ ਨੀਵੀਂ ਜਾਤ ਦਾ ਜੀ, ਪਾਣੀ ਪੀ ਨਹੀਂ ਸਕਦਾ। ਹਾਂਜੀ, ਜਰਨਲ ਬੰਦੇ ਦੇ ਕੋਲੋਂ ਉਹਨੇ ਪਾਣੀ ਪੀ ਲਿਆ ਉਹਦੇ ਘੜੇ ਚੋਂ। ਕੀ ਕਹਿਣਾ ਚਾਹੁੰਦੇ ਹੋ? ਭੁਪਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਆਉਣ ਤੇ ਸਵਾਗਤ ਕਰਦਾ ਤੇ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁਪਿੰਦਰ ਜੀ, 1947 ਦੇ ਵਿੱਚ ਜਦੋਂ ਇਹ ਦੇਸ਼ ਆਜ਼ਾਦ ਹੋਇਆ ਸੀਗਾ, ਉਸ ਵੇਲੇ ਜਿਹੜੇ ਲੀਡਰ ਸੀਗੇ ਹਿੰਦੂ, ਉਹਨਾਂ ਦੀ 47 ਤੋਂ ਪਹਿਲਾਂ ਉਹਨਾਂ ਦਾ ਕਹਿਣ ਦਾ ਤੇ ਕਰਨੀ ਦਾ ਬਹੁਤ ਫਰਕ ਸੀਗਾ। 47 ਤੋਂ ਪਹਿਲਾਂ ਉਹ ਸਿੱਖ ਲੀਡਰਸ਼ਿਪ ਨਾਲ, ਦਲਿਤ ਲੀਡਰਸ਼ਿਪ ਨਾਲ, ਆਪਣੇ ਨਾਲ ਗੰਢਣ ਲਈ ਉਹਨੇ ਹਰ ਹਰਬ ਵਰਤਿਆ ਕਿ ਵੀ ਤੁਹਾਨੂੰ ਇੱਕ ਇਹੋ ਜਿਹਾ ਖਿੱਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਵੀ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੋ। ਲੇਕਿਨ ਇਹਨਾਂ ਨੇ ਘੱਟ ਗਿਣਤੀਆਂ ਨਾਲ ਵੀ ਧੋਖਾ ਕੀਤਾ ਤੇ ਦਲਿਤ ਸਮਾਜ ਨਾਲ ਵੀ ਉਸ ਵੇਲੇ ਧੋਖਾ ਕੀਤਾ ਤੇ ਲਗਾਤਾਰ 15 ਅਗਸਤ 1947 ਨੂੰ ਦੇ ਇਹ ਹਿੰਦੁਸਤਾਨ ਆਜ਼ਾਦ ਹੁੰਦਾ। 10 ਅਕਤੂਬਰ 1947 ਨੂੰ ਗਾਂਧੀ, ਨਹਿਰੂ, ਪਟੇਲ ਤੇ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਇੱਕ ਸਰਕੂਲੇਸ਼ਨ ਕੱਢਦੇ ਆ ਬਈ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ, ਸ਼ਾਂਤੀ ਪਸੰਦ ਹਿੰਦੂਆਂ ਨੂੰ ਇਹਨਾਂ ਤੋਂ ਖਤਰਾ ਆ, ਇਹਨਾਂ ਦੇ ਖਾਸ ਨਿਗਾਹ ਰੱਖੀ ਜਾਵੇ। ਉਸ ਵੇਲੇ ਹੁਸ਼ਿਆਰਪੁਰ ਇੱਥੇ ਹੀ ਸਾਡੇ ਡੀਸੀ ਸਨ ਸਰਦਾਰ ਕਪੂਰ ਸਿੰਘ ICS, ਉਹਨਾਂ ਨੇ ਇਹ ਸਰਕੂਲੇਸ਼ਨ ਸਿੱਖ ਲੀਡਰਸ਼ਿਪ ਨੂੰ ਦਿੱਤਾ ਵੀ ਆਹ ਚੱਕੋ, ਤੁਸੀਂ ਕਹਿੰਦੇ ਤੁਸੀਂ ਬਹੁਤ ਕੁਰਬਾਨੀਆਂ ਕੀਤੀਆਂ, ਆਪਣਾ ਸਰਟੀਫਿਕੇਟ ਸਾਂਭੋ। ਕਹਿਣ ਤੋਂ ਭਾਵ ਉਸ ਦਿਨ ਤੋਂ ਲੈ ਕੇ ਅੱਜ ਤੱਕ
ਘੱਟ ਗਿਣਤੀਆਂ ਉੱਤੇ ਦਲਿਤਾਂ ਉੱਤੇ ਲਗਾਤਾਰ ਜਿਹੜੇ ਆ ਉਹ ਬ੍ਰਾਹਮਣਵਾਦੀ ਸ਼ਕਤੀਆਂ ਕਾਬਜ ਹੋ ਕੇ ਦੇਸ਼ ਦੀ ਸੱਤਾ ਤੇ ਉਹ ਲਗਾਤਾਰ ਅਤਿਆਚਾਰ ਕਰ ਰਹੀਆਂ। ਜਦੋਂ ਅਸੀਂ 1947 ਤੋਂ ਪਹਿਲਾਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਦੇਖਦੇ ਹਾਂ ਕਿ ਉਹਨਾਂ ਨੇ ਉਸ ਵੇਲੇ ਸਾਈਮਨ ਕਮਿਸ਼ਨ ਨੂੰ ਆਪਣੀਆਂ ਦੁੱਖਾਂ ਤਕਲੀਫਾਂ ਦੇ ਲਈ ਜਦੋਂ ਇੱਥੇ ਬੁਲਾਇਆ ਤੇ ਉਹਨਾਂ ਨੇ ਕਲਕੱਤੇ ਦੇ ਵਿੱਚ ਇੱਕ ਛੱਪੜ ਦੇ ਵਿੱਚ ਲੈ ਕੇ ਗਏ ਉਹਨਾਂ ਨੂੰ। ਉੱਥੋਂ ਇੱਕ ਕੁੱਤਾ ਦਾ ਪਾਣੀ ਪੀ ਸਕਦਾ ਸੀ ਲੇਕਿਨ ਇੱਕ ਦਲਿਤ ਨੂੰ ਪਾਣੀ ਪੀਣਾ ਦੀ ਮਨਾਹੀ ਸੀ ਸਖਤ। ਤੇ ਪਰ ਆ ਜਿਹੜੀ ਘਟਨਾ ਅੱਜ ਵਾਪਰੀ ਆ, ਇਸ ਘਟਨਾ ਨੇ ਫੇਰ ਮੁੜ ਕੇ ਉਹ ਸਾਨੂੰ ਉਸੇ ਘਟਨਾ ਤੇ ਉੱਥੇ ਵਾਪਸ ਲੈ ਗਿਆ ਵੀ ਇੱਕ 9 ਸਾਲ ਦੇ ਬੱਚੇ ਦੇ ਨਾਲ ਜਿਹੜੀ ਜ਼ਿਆਦਤੀ ਕੀਤੀ ਗਈ ਆ, ਉਹ ਵੀ ਸਕੂਲ ਦੇ ਵਿੱਚ ਹੈੱਡ ਮਾਸਟਰ ਵੱਲੋਂ ਕਿਵੇਂ ਇੱਕ ਪਾਣੀ ਪੀਣ ਦੇ ਉੱਤੇ, ਪਾਣੀ ਦਾ ਘੁੱਟ ਪੀਣ ਦੇ ਉੱਤੇ ਉਸ ਬੱਚੇ ਨੂੰ ਕੁੱਟ-ਕੁੱਟ ਕੇ ਉਹ ਮਾਰ ਦਿੱਤਾ ਗਿਆ। ਇਹ ਇਸ ਦੇਸ਼ ਦੇ ਜਿਹੜੇ ਕਾਬਜ ਨੇ ਹਾਕਮ, ਬ੍ਰਾਹਮਣਵਾਦੀ ਹਾਕਮ ਜਿਹੜੇ ਕਾਬਜ ਨੇ, ਇਹ ਉਹਨਾਂ ਦੀ ਮਾਨਸਿਕਤਾ ਕਦੇ ਵੀ ਨਹੀਂ ਚੇਂਜ ਹੋ ਸਕਦੀ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਖਿਲਾਫ ਇਕਮੁੱਠ ਹੋਣਾ ਪੈਣਾ ਆ। ਮੈਂ ਤੁਹਾਨੂੰ ਪੁਰਾਣੀ ਇੱਕ ਗੱਲ ਦੱਸਦਾ, ਹਿਮਾਚਲ ਦੀ ਪੱਤਰਕਾਰ ਹੁੰਦੀ ਸੀ ਨੈਸ਼ਨਲ ਟੀਵੀ ਤੇ ਨੀਲਨੀ ਸਿੰਘ, ਉਹਨਾਂ ਨੇ ਇੱਕ ਹਿਮਾਚਲ ਦੀ ਘਟਨਾ ਆਪਣੀ ਆਂਖੋਂ ਦੇਖੀ, ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀ, ਉਹਦੇ ਵਿੱਚ ਦਿਖਾਈ ਵੀ ਇੱਕ ਸਕੂਲ ਆ, ਸਕੂਲ ਦੇ ਵਿੱਚ ਜਿਹੜੇ ਬਾਕੀ ਸਾਰੇ ਉੱਚ ਹੈੱਡ ਮਾਸਟਰ ਟੀਚਰ ਜਿਹੜੇ ਬਾਕੀ ਸਾਰੇ ਆ ਉਹ ਉੱਚ ਕਾਸਟ ਦੇ ਆ, ਜਾਂ ਠਾਕੁਰ ਆ, ਜਾਂ ਬ੍ਰਾਹਮਣ ਆ, ਜਾਂ ਰਾਜਪੂਤ ਆ, ਲੇਕਿਨ ਜਿਹੜੀ ਇੱਕ 4 ਕਲਾਸ ਲੇਡੀ ਉਹ ਦਲਿਤ ਆ। ਉਹ ਪਾਣੀ ਲੈ ਕੇ ਆਪਣੀ ਥਾਲ ਦੇ ਵਿੱਚ ਬਾਕੀ ਸਾਰੇ ਟੀਚਰਾਂ ਦੇ ਪਿੱਛੇ ਘੁੰਮਦੀ ਆ, ਉਹਦੇ ਕੋਲ ਪਾਣੀ ਨਹੀਂ ਲੈ ਕੇ ਪੀ ਰਿਹਾ। ਮਤਲਬ ਇੰਨੀ ਗੰਭੀਰ ਹਾਲਤ ਇੰਨੀ ਦੇਸ਼ ਦੀ ਅੱਜ ਵੀ। ਪਿਛਲੇ ਸਮੇਂ ਦੌਰਾਨ ਹਿਮਾਚਲ ਦੇ ਵਿੱਚ ਇੱਕ ਦਲਿਤ ਬੱਚਾ ਨੌਜਵਾਨ ਉਹ ਚੱਕੀ ਦੇ ਉੱਤੇ ਚੜ ਗਿਆ ਤੇ ਇੱਕ ਰਾਜਪੂਤ ਵੱਲੋਂ ਉਹਦਾ ਕਤਲ ਕਰ ਦਿੱਤਾ ਗਿਆ। ਮੇਰਾ ਕਹਿਣ ਤੋਂ ਭਾਵ ਵੀ ਕਿਵੇਂ ਲਗਾਤਾਰ ਜਿਹੜੇ ਜ਼ੁਲਮ ਆ ਉਹ ਦਲਿਤਾਂ ਦੇ ਉੱਤੇ, ਘੱਟ ਗਿਣਤੀਆਂ ਉੱਤੇ, ਸਿੱਖਾਂ ਦੇ ਉੱਤੇ, ਈਸਾਈਆਂ ਉੱਤੇ, ਮੁਸਲਮਾਨਾਂ ਉੱਤੇ, ਈਸਾਈਆਂ ਦੇ ਉੱਤੇ ਮੱਧ ਪ੍ਰਦੇਸ਼ ਦੇ ਵਿੱਚ, ਉਧਰ ਛੱਤੀਸਗੜ੍ਹ ਦੇ ਵਿੱਚ ਵੱਡੀ ਪੱਧਰ ਤੇ ਉਹਨਾਂ ਦਾ ਕਤਲੇਆਮ ਕੀਤਾ ਜਾ ਰਿਹਾ। ਇਸੇ ਤਰੀਕੇ ਨਾਲ ਮੁਸਲਮਾਨ ਭਾਈਚਾਰੇ ਦਾ ਦੇਸ਼ ਦੇ ਅੰਦਰ ਥਾਂ-ਥਾਂ ਬਹੁਤ ਵੱਡੀ ਪੱਧਰ ਤੇ ਜਿਹੜਾ ਬਾਰ-ਬਾਰ ਜਿਹੜਾ ਕਤਲੇਆਮ ਹੋ ਰਿਹਾ। ਔਰ ਸਿੱਖਾਂ ਦਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ, ਢਹਿ ਢੇਰੀ ਕਰਕੇ, ਇਸ ਤਿਰੰਗੇ ਦੀ ਛਾਂ ਹੇਠ ਜਿੱਥੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ, ਉੱਥੇ ਸਾਡੀ ਸਿੱਖ ਲੀਡਰਸ਼ਿਪ ਨੂੰ ਖਤਮ ਕੀਤਾ। ਇਸੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਵਿਹੜੇ ਦੇ ਵਿੱਚ ਤੇ ਪਾਰਲੀਮੈਂਟ ਦੇ ਵਿਹੜੇ ਦੇ ਵਿੱਚ ਸਾਡਾ ਸਿੱਖਾਂ ਦਾ ਵੱਡੀ ਪੱਧਰ ਤੇ ਉੱਥੇ ਕਤਲੇਆਮ ਕੀਤਾ, ਸਾਡੀ ਨਸਲਕੁਸ਼ੀ ਕੀਤੀ। ਕਹਿਣ ਤੋਂ ਭਾਵ ਦੇਸ਼ ਦੇ ਹਾਲਾਤ ਜਿਹੜੇ ਆ ਇੰਨੇ ਖਤਰਨਾਕ ਹੈਗੇ ਆ, ਜਿੰਨੀ ਦੇਰ ਤੱਕ ਅਸੀਂ SC ST OBC ਤੇ ਮਿਨੋਰਟੀਆਂ ਇਕਮੁੱਠ ਹੋ ਕੇ ਇਸ ਜਿਹੜੇ ਬ੍ਰਾਹਮਣਵਾਦ ਦੇ ਖਿਲਾਫ ਜਿਹੜਾ ਆ ਉਹ ਇਹਨਾਂ ਦਾ ਮੂੰਹ ਤੋੜ ਜਵਾਬ ਨਹੀਂ ਦਿੰਦੇ, ਉਨੀ ਦੇਰ ਤੱਕ ਜਿਹੜੇ ਸਾਨੂੰ ਇਹ ਸਾਰੇ ਜਿਹੜੇ ਆ ਦੋ ਖਾਂਤ ਆ ਉਹ ਝੱਲਣੇ ਪੈਣੇ ਆ। ਇਸ ਕਰਕੇ ਇਹਦਾ ਇੱਕੋ ਇੱਕ ਹੱਲ ਹੈਗਾ ਆ ਵੀ ਸਾਡੀ ਇਕਮੁੱਠਤਾ, ਕਿਉਂਕਿ ਸਾਡੀ ਗਿਣਤੀ ਜਿਹੜੀ ਆ ਬਹੁਤ ਹੈਗੀ ਆ, ਲੇਕਿਨ ਇਹ ਕਹਿੰਦੇ ਪਾੜੋ ਤੇ ਰਾਜ ਕਰੋ, ਪਾੜੇ ਤੇ ਰਾਜ ਕਰੋ। ਅੰਗਰੇਜ਼ਾਂ ਦੇ ਸਿਰ ਮੜਿਆ ਜਾਂਦਾ ਵੀ ਅੰਗਰੇਜ਼ਾਂ ਨੇ ਉਹ ਨਾਰਾ ਦਿੱਤਾ ਸੀ। ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਇਹ ਜਿਹੜੀ ਸਾਰੀ ਪਾਲਿਸੀ ਆ ਇਹ ਬ੍ਰਾਹਮਣਵਾਦ ਦੀ ਆ। ਉਹਨੇ ਸਾਨੂੰ 4 ਵਰਨਾਂ ਵਿੱਚ ਵੰਡ ਕੇ ਸਾਨੂੰ ਪਹਿਲਾਂ ਹੀ ਪਾੜਿਆ ਹੋਇਆ ਆ। ਤੇ ਕਹਿਣ ਦਾ ਭਾਵ ਸਾਡੀ ਹਰ ਸਮੱਸਿਆ ਦਾ ਜਿਹੜੀ ਜੜ ਵਾ ਉਹ ਬ੍ਰਾਹਮਣਵਾਦ 'ਚ ਆ। ਸਾਨੂੰ ਬ੍ਰਾਹਮਣਵਾਦ ਦੇ ਖਿਲਾਫ ਇਕਮੁੱਠ ਹੋ ਕੇ ਇਹਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ। ਬਿਲਕੁਲ ਬ੍ਰਾਹਮਣਵਾਦ ਹੀ ਜੜ ਹੈਗਾ। ਵੀਰ ਹੋਰਾਂ ਦਾ ਕਹਿਣਾ ਕਿ ਸਾਨੂੰ ਉਹਦੇ ਖਿਲਾਫ ਇਕਜੁੱਟ ਹੋ ਕੇ ਲੜਨ ਦੀ ਜ਼ਰੂਰਤ ਹੈ। ਮੈਂ ਜਾਂਦੇ ਤੁਹਾਨੂੰ ਇੱਕ ਗੱਲ ਹੋਰ ਜ਼ਰੂਰ ਦੱਸਣਾ ਚਾਹੂੰਗਾ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਤੁਸੀਂ ਸਟੈਚੂ ਦੇਖ ਸਕਦੇ ਹੋ। ਇੱਥੇ ਭਾਰਤ ਦਾ ਸੰਵਿਧਾਨ ਦੀ ਕਨਸਟੀਟਿਊਸ਼ਨ ਲਾਅ ਆਫ ਇੰਡੀਆ ਆ ਤੁਸੀਂ ਦੇਖ ਸਕਦੇ ਹੋ। ਮੈਂ ਤੁਹਾਨੂੰ ਜਾਂਦੇ ਇਹ ਦੱਸਣਾ ਚਾਹੁੰਦਾ ਹੈ ਕਿ ਆਜ਼ਾਦੀ ਦੇ ਜਸ਼ਨ ਉਹਨਾਂ ਵੱਲੋਂ ਮਨਾਏ ਜਾ ਰਹੇ ਨੇ, ਔਰ ਦੂਏ ਬੰਨੇ ਜਿਹਨਾਂ ਲੋਕਾਂ ਨੂੰ ਤਿਰੰਗਾ ਵੀ ਨਹੀਂ ਚੰਗਾ ਲੱਗਦਾ ਇਹਨਾਂ ਦੇ ਵਿੱਚੋਂ ਹੀ ਹੈਗੇ ਆ ਉਹ ਲੋਕ ਇੱਕ ਨਵਾਂ ਸੰਵਿਧਾਨ ਲਿਖ ਰਹੇ ਆ। ਜਿਹੜੇ ਲੋਕ ਕਹਿੰਦੇ ਹਿੰਦੀ ਔਰ ਹਿੰਦੂ ਰਾਸ਼ਟਰ 750 ਪੇਜਾਂ ਦਾ ਕਹਿੰਦੇ ਉਹ ਸੰਵਿਧਾਨ ਹੋਊਗਾ। ਉਹਦੇ 32-37 ਪੇਜ ਉਹ ਲਿਖ ਚੁੱਕੇ ਆ। ਉਹਨਾਂ ਦਾ ਕਹਿਣਾ ਕਿ ਆਉਂਦੇ ਸਮੇਂ ਦੇ ਵਿੱਚ ਉਹ ਜਿਹੜਾ ਸੰਵਿਧਾਨ ਹੈਗਾ ਉਹ ਇਸ ਮੁਲਕ ਦੇ ਵਿੱਚ ਲਾਗੂ ਹੋਊਗਾ। ਜਿਹੜੀ ਉਹ ਗੱਲ ਕਰਦੇ ਆ ਕਿ ਅਖੰਡ ਭਾਰਤ ਬਣਾਏਗੇ, ਉਹਦੇ ਵਿੱਚ ਪਾਕਿਸਤਾਨ, ਉਹਦੇ ਵਿੱਚ ਅਫਗਾਨਿਸਤਾਨ, ਉਹਦੇ ਵਿੱਚ ਮਿਆਂਮਾਰ ਉੱਤੇ ਉਹਦੇ ਵਿੱਚ ਹੋਰ ਜਿਹੜੇ ਇਲਾਕੇ ਹੈਗੇ ਆ ਉਹ ਵੀ ਕਹਿੰਦੇ ਸ਼ਾਮਿਲ ਕੀਤੇ ਜਾਣਗੇ ਤੇ ਫਿਰ ਉਹ ਅਖੰਡ ਭਾਰਤ ਬਣੂਗਾ। ਔਰ 750 ਪੇਜਾਂ ਦਾ ਉਹ ਸੰਵਿਧਾਨ ਹੋਊਗਾ ਜਿਹੜਾ ਉਹਨਾਂ ਵੱਲੋਂ ਲਿਖਿਆ ਜਾ ਰਿਹਾ। ਆਉਂਦੇ ਸਮੇਂ ਦੇ ਵਿੱਚ ਉਹ ਤਿਆਰ ਕਰਕੇ ਥੋਪਿਆ ਜਾਊਗਾ। ਉਹਨਾਂ ਦਾ ਉਹਦੇ ਵਿੱਚ ਇਹ ਵੀ ਕਹਿਣਾ ਹੈਗਾ ਕਿ ਮੁਸਲਮਾਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਊਗਾ, ਉਹਦੇ ਵਿੱਚ ਕੇਵਲ ਹਿੰਦੂਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਊਗਾ।
ਜਿਹੜੇ ਲੋਕ ਹੋਰ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦੇ ਮੁਕੱਦਮੇ ਦਰਜ ਹੁੰਦੇ ਆ। ਮੈਂ ਇਥੋਂ ਦੀ ਹਕੂਮਤ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਸੰਵਿਧਾਨ ਦੇ ਬਰਾਬਰ ਇਸ ਮੁਲਕ ਦੇ ਵਿੱਚ ਰਹਿੰਦਿਆਂ ਹੋਇਆਂ ਐਦਾਂ ਦੇ ਸੰਵਿਧਾਨ ਬਣਾ ਰਹੇ ਆ, ਕੀ ਉਹ ਲੋਕ ਇਸ ਮੁਲਕ ਨੂੰ ਤੋੜਨ ਦੀ ਵਜ੍ਹਾ ਨਹੀਂ ਬਣ ਰਹੇ? ਕੀ ਉਹ ਲੋਕ ਇਸ ਸੰਵਿਧਾਨ ਦੀ ਉਲੰਘਣਾ ਨਹੀਂ ਕਰ ਰਹੇ? ਉਹਨਾਂ ਦੇ ਖਿਲਾਫ ਕੀ ਸਰਕਾਰ ਕੋਈ ਐਕਸ਼ਨ ਲਊਗੀ ਜਾਂ ਸਰਕਾਰ ਉਹਦੇ ਨਾਲ ਸਹਿਮਤੀ ਪ੍ਰਗਟਾਉਂਦੀ ਹੈ? ਇਹ ਗੱਲ ਸਰਕਾਰ ਨੂੰ ਸਾਫ਼ ਸ਼ਬਦਾਂ ਦੇ ਵਿੱਚ ਸਾਹਮਣੇ ਕਰਨੀ ਪਊਗੀ। ਜਿਹੜੀ ਉਹਨਾਂ ਦੀ ਹਰ ਘਰ ਤਿਰੰਗਾ ਮੁਹਿੰਮ ਆ, ਜਿਹੜਾ ਤਿਰੰਗਾ ਝੰਡਾ ਵੀ ਹੁੰਦਾ ਹੈਗਾ ਕਿਸੇ ਵੀ ਮੁਲਕ ਦਾ, ਉਹਨੂੰ ਲਹਿਰਾਉਣ ਦੇ ਵੀ ਕੋਈ ਐਕਟ ਬਣਿਆ ਹੋਇਆ ਬਕਾਇਦਾ, ਉਹਦੇ ਬਾਰੇ ਸੰਵਿਧਾਨ ਦੇ ਵਿੱਚ ਜਾ ਕੇ ਉਹ ਸਾਰਾ ਕੁਝ ਪੜ੍ਹਿਆ ਜਾ ਸਕਦਾ। ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਰਾਏ ਦਿਓ ਕੀ ਤੁਹਾਨੂੰ ਲੱਗਦਾ ਜਿਸ ਤਰੀਕੇ ਦੇ ਨਾਲ ਉਹ ਘਰਾਂ ਦੇ ਉੱਪਰ ਤਿਰੰਗਾ ਲਾਉਣ ਨੂੰ ਕਹਿ ਰਹੇ ਆ ਜਾਂ ਲਹਿਰਾਉਣ ਨੂੰ ਕਹਿ ਰਹੇ ਆ, ਉਹ ਸਾਰਾ ਕੁਝ ਵਾਜਬ ਆ, ਠੀਕ ਹੈ। ਸੋ ਜਾਂਦੇ ਜਾਂਦੇ ਮੈਂ ਤੁਹਾਨੂੰ ਫੋਟੋ ਵਿਖਾ ਨਹੀਂ ਸਕਦਾ ਜੀ, ਛੋਟੇ ਜਿਹੇ ਬੱਚੇ ਦੀ ਫੋਟੋ ਹੈ, ਅੱਖ ਬਿਲਕੁਲ ਸੁੱਜੀ ਹੋਈ ਹੈ, ਚਿਹਰਾ ਸੁੱਜਿਆ ਹੋਇਆ। ਇੱਕ ਉਹਨਾਂ ਦੇ ਮੁਤਾਬਕ ਕਹੀ ਜਾਂਦੀ ਛੋਟੀ ਕਾਸਟ ਦੇ ਨਾਲ ਸੰਬੰਧਿਤ ਹੈ, ਕਿਸੇ ਉੱਚੀ ਕਾਸਟ ਦੇ ਨਾਲ ਸੰਬੰਧਿਤ। ਹੈੱਡ ਮਾਸਟਰ ਦੇ ਘੜੇ ਦੇ ਵਿੱਚੋਂ ਪਾਣੀ ਦੀ ਘੁੱਟ ਪੀ ਲਈ ਤਾਂ ਉਹਦਾ ਖਮਿਆਜ਼ਾ ਉਸ ਬੱਚੇ ਨੂੰ ਇਹ ਭੁਗਤਣਾ ਪਿਆ, ਕੁੱਟਿਆ ਗਿਆ, ਮਾਰਿਆ ਗਿਆ, ਉਸ ਬੱਚੇ ਦੀ ਮੌਤ ਹੋ ਗਈ। ਅੱਜ 15 ਅਗਸਤ ਨੂੰ ਇਸ ਤਿਰੰਗੇ ਦੀ ਛਾਵੇਂ ਜਿਨ੍ਹਾਂ ਨੇ ਵੀ ਇਹ ਚਲਾਇਆ, ਅੱਜ ਪਹਿਲਾ ਦਿਨ ਵੇਲੇ ਦੇਸ਼ ਭਗਤਾਂ ਨੇ, ਉਹਨਾਂ ਦੇਸ਼ ਭਗਤਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਆ ਤੁਹਾਡੇ ਵੱਲੋਂ ਲਹਿਰਾਏ ਹੋਏ ਆ ਝੰਡੇ ਦੀ ਛਾਵੇਂ ਆ ਤੁਸੀਂ ਵੇਖੋ ਐਦਾਂ ਵੀ ਲੋਕ ਖੜੇ ਹੈਗੇ ਆ। ਇਹਨਾਂ ਦਾ ਹੱਲ ਕੱਢਣ ਵਾਸਤੇ ਤੁਸੀਂ ਕੀ ਕੋਈ ਚਾਰਾਜੋਈ ਕਰੋਗੇ ਜਾਂ ਆ ਸਾਰਾ ਕੁਝ ਐਦਾਂ ਹੀ ਚੱਲਦਾ ਰਹੂਗਾ? ਅਗਾਂਹ ਵੀ 75 ਵਾਰੀ ਤਾਂ ਪਹਿਲਾਂ ਹੀ ਬੀਤ ਚੁੱਕੇ ਨੇ। ਮੈਂ ਉਮੀਦ ਕਰਦਾ ਕਿ ਜ਼ਰੂਰ ਕੋਈ ਨਾ ਕੋਈ ਜਵਾਬ ਦਿਓਗੇ। ਧੰਨਵਾਦ।